असलामुअलैकुम। गुड मॉर्निंग सोहणियो, गुड मॉर्निंग। लो भी देख लो सोहणियो, ठंडी ठंडी सुबह ਅਸੀਂ ਤੁਹਾਨੂੰ ਖੁਸ਼ ਆਮਦੇਦ ਕਹਿੰਦੇ ਆ। ਅੱਜ ਤੇ ਬੂਟੇ ਦੇ ਪੰਛੀ ਵੀ ਨਹੀਂ ਬੈਠੇ, ਪਤਾ ਨਹੀਂ ਅੱਜ ਕਿੱਥੇ ਉੱਡ ਗਏ ਨੇ। ਉਹਨਾਂ ਬੜੇ ਸੋਹਣੇ ਲੱਗਦੇ ਨੇ, ਚੂ 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 ਕਰਦੇ ਪਰਿੰਦੇ। ਤੇ ਥੋੜੀ ਦੇਰ ਤੱਕ ਆ ਜਾਣਗੇ ਤੇ ਠੰਡ ਵਾਹ ਵਾਹ ਹੀ ਏ। ਨਾਸ਼ਤੇ ਤੋਂ ਬਾਅਦ ਵਾਰੀ ਆ ਗਈ ਹਸਬੇ ਮਾਮੂਲ ਕੀ ਪੱਕਣਾ ਵੇ। ਅਸੀਂ ਕੱਢ ਲਿਆ ਚੀਗਾ, 2 ਪੈਕੇਟ ਅਸੀਂ ਚੀਗਾ ਕੱਢਿਆ ਵੇ। ਉਹਦੇ ਵਿੱਚ 3 ਸੋਹਣੇ ਸੋਹਣੇ ਮੈਂ ਟਮਾਟਰ ਕੱਟੇ ਨੇ ਤੇ ਅਸੀਂ ਇਹਨੂੰ ਪਾ ਕੇ ਤੇ ਬਣਾਵਾਂਗੇ। ਤੇ ਖੁਮਾਸ਼ ਸਾਹਿਬ ਨੇ ਕਿਹਾ ਕਿ ਵੀ ਬਿਲਕੁਲ ਤੁਸੀਂ ਤੇਲ ਇਹਦੇ ਕੋਲੋਂ ਵੀ ਨਹੀਂ ਗੁਜ਼ਾਰਨਾ, ਬੋਤਲ ਜਿਹੜੀ ਹੈ ਨਾ ਬਿਲਕੁਲ ਤੁਸੀਂ ਬੋਇਲ ਬਣਾਉਣੀ ਹੈ। ਸਬਜ਼ੀ ਦਾਲ ਜੋ ਕੁਛ ਵੀ ਮੇਰੇ ਵਾਸਤੇ ਬਣਾਉਣਾ ਵੇ ਨਾ, ਬੋਇਲ ਬਣਾਉਣਾ ਵੇ। ਤਾਂ ਅਸੀਂ ਕਿਹਾ ਠੀਕ ਹੈ ਜੀ, ਅਸੀਂ ਉਹਦੇ ਵਿੱਚ ਆਇਲ ਬਿਲਕੁਲ ਸ਼ਾਮਿਲ ਨਹੀਂ ਕਰਾਂਗੇ। ਤੇ ਮੈਂ ਟਮਾਟਰ ਕੱਟ ਕੇ ਪਾ ਦਿੱਤੇ ਨੇ, ਔਰ ਨਾਲ ਜਾਏਗਾ ਨਮਕ ਔਰ ਮਿਰਚ, ਔਰ ਬਸ ਅਸੀਂ ਇਹਨੂੰ ਚੁੱਲ੍ਹੇ 'ਤੇ ਰੱਖ ਦੇਵਾਂਗੇ। ਹਲਕੀ ਹਲਕੀ ਅੱਗ 'ਤੇ ਟਮਾਟਰਾਂ ਦਾ ਪਾਣੀ ਖੁਸ਼ਕ ਹੋ ਜਾਏਗਾ। ਔਰ ਝੀਂਗੇ ਨੇ ਤਾਂ ਕੋਈ ਗੱਲਾਂ ਤਾਂ ਹੈ ਨਹੀਂ ਹੈ, ਕੋਈ ਹੱਡੀਆਂ ਛੱਡੀਆਂ 'ਚ ਹੈ ਨਹੀਂ ਨੇ। ਔਰ ਬਸ ਅਸੀਂ ਇਹਨੂੰ ਪਾਣੀ ਨੂੰ ਖੁਸ਼ਕ ਕਰ ਲਵਾਂਗੇ। ਵਰਨਾ ਮੈਂ ਜਦੋਂ ਪਾਣੀ ਖੁਸ਼ਕ ਹੋ ਜਾਂਦਾ ਥੋੜ੍ਹਾ ਜਿਹਾ ਆਇਲ ਪਾ ਕੇ ਉਹਨੂੰ ਭੁੰਨ ਲੈਂਦੀ ਹੁੰਦੀ ਹਾਂ, ਔਰ ਐਂਡ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਸ਼ਾਮਿਲ ਕਰ ਦਿੰਦੀ ਹਾਂ। ਲੇਕਿਨ ਅੱਜ ਤਾਂ ਬਈ ਅਸੀਂ ਬਸ ਸਿਰਫ ਇਹਦਾ ਪਾਣੀ ਖੁਸ਼ਕ ਕਰਨਾ ਵੀ, ਔਰ ਅਸੀਂ ਉਹਨੂੰ ਉਤਾਰ ਲੈਣਾ ਵੀ। ਜ਼ਿਆਦਾ ਸ਼ਸ਼ਕੇ ਅਸੀਂ ਸ਼ਸ਼ਕਿਆਂ ਵਾਲੀਆਂ ਹਾਂਡੀਆਂ ਨਹੀਂ ਖਾਣੀਆਂ। ਅਤੇ ਸਾਰੀਆਂ ਚੀਜ਼ਾਂ ਪਾ ਕੇ ਮੈਂ ਰੱਖ ਦਿੱਤਾ ਫਿਰ ਚੁੱਲ੍ਹੇ ਦੇ ਉੱਤੇ। ਇਹਨੂੰ ਝੀਂਗੇ ਨੂੰ, ਝੀਂਗਾ ਆਹਿਸਤਾ ਆਹਿਸਤਾ ਪੱਕੇਗਾ। ਮੈਂ ਉੱਪਰੋਂ ਇਹਨੂੰ ਢੱਕ ਦਿੰਦੀ ਹਾਂ ਤਾਂ ਕਿ ਜਿਹੜਾ ਸਟੀਮ ਵਿੱਚ ਬਣਨਾ ਸ਼ੁਰੂ ਹੋ ਜਾਏਗਾ ਔਰ ਜਲਦੀ ਹੋ ਜਾਏਗਾ, ਪਾਣੀ ਛੱਡ ਦੇਗਾ। ਇਸ ਤਰਫ ਜੀ ਬਰਾਊਨ ਰਾਈਸ ਕੱਢ ਕੇ ਰੱਖ ਲਏ ਨੇ। ਕੁਮਾਸ਼ ਵਾਸਤੇ ਬਣਨਗੇ ਬਰਾਊਨ ਰਾਈਸ, ਮੈਂ ਭਿਉਂ ਦਿੱਤੇ ਨੇ। ਔਰ ਉਹਨੇ ਬਰਾਊਨ ਰਾਈਸ ਦੇ ਨਾਲ ਖਾਣਾ ਵੀ, ਔਰ ਮੈਂ ਆਪਣੇ ਵਾਈਟ ਰਾਈਸ ਦੇ ਨਾਲ ਖਾਵਾਂਗੀ। ਅਤੇ ਚਲੋ ਜੀ, ਅੱਲਾ ਅੱਲਾ ਅਤੇ ਖੈਰ ਸੱਲਾ। ਜੀ ਟੀਮੂ ਤੋਂ ਜਿਹੜੀ ਸ਼ਾਪਿੰਗ ਕੀਤੀ ਸੀ, ਮੈਨੂੰ ਲੱਗ ਰਿਹਾ ਕਿ ਉਹੀ ਪੈਕੇਟ ਹੈ। ਕਿ ਛੋਟੀ ਛੋਟੀ ਮੈਂ ਚੀਜ਼ਾਂ ਮੰਗਾਈਆਂ ਸਨ, ਮੈਂ ਖੋਲ੍ਹ ਕੇ ਨਹੀਂ ਦੇਖਿਆ। ਲੇਕਿਨ ਮੇਰਾ ਆਈਡੀਆ ਵੇ, ਹੋ ਸਕਦਾ ਇਹ 'ਚ ਖੁਮਾਸ਼ ਦੀ ਕੋਈ ਚੀਜ਼ ਨਿਕਲ ਆਵੇ। ਲੇਕਿਨ ਜਿਹੜਾ ਮੈਂ ਕੀਤਾ ਸੀ, ਅਗਰ ਉਹ ਵੇ ਤਾਂ ਦੇਖਦੇ ਹਾਂ ਵੀ ਟੀਮੂ ਸ਼ਾਪਿੰਗ ਅਸੀਂ ਜਿਹੜੀ ਹੈ ਨਾ ਹੁਣ ਓਪਨ ਕਰਨ ਲੱਗੇ ਆ। ਅਤੇ ਬੜਾ ਜੀ ਕੀ ਕਹਿੰਦੇ ਨੇ, ਮੈਨੂੰ ਇਸ਼ਤਿਆਕ ਹੈ ਟੀਮੂ ਸ਼ਾਪਿੰਗ ਫਸਟ ਟਾਈਮ ਜਿਹੜੀ ਅਸੀਂ ਕੀਤੀ ਹੈ। ਬੜੇ ਧਿਆਨ ਦੇ ਨਾਲ ਮੈਂ ਖੋਲਾਂਗੀ, ਪਤਾ ਚੱਲੇ ਮੈਂ ਨਾਲ ਹੀ ਕੱਟ ਵੱਢ ਕੇ ਨਾ ਸਾਰੀਆਂ ਚੀਜ਼ਾਂ ਤੇ ਰੱਖ ਦੇਵਾਂ। ਲਓ ਜੀ, ਬਿਸਮਿल्लाह रहमान रहीम। ਇਹ ਤਾਂ ਕੋਈ ਖਤਰਨਾਕ ਲੱਗ ਰਿਹਾ ਸਮਾਨ, ਚੀਜ਼ਾਂ ਤਾਂ ਉਹ ਲੱਗ ਰਹੀਆਂ ਨੇ ਜਿਹੜੀ ਮੈਂ ਟੀਮੂ ਤੋਂ ਆਰਡਰ ਕੀਤੀਆਂ ਨੇ। ਲਓ ਵੀ ਇੱਕ ਹੇਅਰ ਡਾਈ ਮੰਗਾਇਆ ਵੀ ਮੈਂ, ਪਰ ਇਹ ਵੇ ਕਿ ਤਸਵੀਰ 'ਚ ਤਾਂ ਇੰਨਾ ਵੱਡੀ ਸ਼ੀਸ਼ੀ ਵੀ ਲੱਗਦੀ ਸੀ, ਇੰਨੀ ਵੱਡੀ, ਲੇਕਿਨ ਛੋਟੀ ਜਿਹੀ ਹੈ। ਲੇਕਿਨ ਮੈਂ ਚਲੋ ਅਸੀਂ ਯੂਜ਼ ਕਰਕੇ ਦੇਖਾਂਗੇ ਕਿ ਹੇਅਰ ਡਾਈ ਜਿਹੜਾ ਮੰਗਾਇਆ ਵੇ ਮੈਂ, ਸ਼ੈਂਪੂ ਹੇਅਰ ਡਾਈ ਵੇ। ਅਤੇ ਉਹ ਬਈ ਇਹ ਬੜਾ ਆਰਗੈਨਿਕ ਟਾਈਪ ਲੱਗ ਰਿਹਾ, ਅਦਰਕ ਅਤੇ ਪਤਾ ਨਹੀਂ ਲਸਣ ਅਤੇ ਕੀ ਸ਼ੈ ਪਾ ਕੇ ਬਣਾਇਆ ਹੋਇਆ। ਅਤੇ ਇਹ ਮੈਂ ਮੰਗਾਇਆ ਸੀ। ਅਤੇ ਚਲੋ ਵੀ ਬੱਲੇ ਬੱਲੇ, ਚਲੋ ਛੋਟੀ ਸਹੀ, ਲੇਕਿਨ ਹੁਣ ਇਸਤੇਮਾਲ ਕਰਾਂਗੇ ਤਾਂ ਪਤਾ ਚੱਲੇਗਾ। ਓਏ ਹੋਏ, ਇਹ ਜਿਹੜਾ ਮੇਰੇ ਨਾਲ ਟ੍ਰੈਜਡੀ ਹੋਈ ਹੈ ਨਾ, ਇਹ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਜਿਹੜੀ ਨਾ ਇਹ ਕੜਾਈ ਕਰ ਦਿੱਤੀ ਸੀ, ਔਰ ਫਿਰ ਉਹ ਪਤਾ ਚੱਲਿਆ ਕਿ ਬਹੁਤ ਛੋਟੀ ਜਿਹੀ ਹੈ, ਉਹਦੇ ਇੰਚਜ਼ ਮੈਂ ਪੜ੍ਹੇ ਹੀ ਨਹੀਂ। ਉਹ ਪਹਿਲੇ ਆਉਣ ਤੋਂ ਪਹਿਲੇ ਹੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਇੱਕ ਭੰਡ ਮੇਰੇ ਕੋਲ ਜ਼ਬਰਦਸਤ ਕਿਸਮ ਦਾ ਹੋ ਗਿਆ ਵੇ। ਮੈਂ ਆਪਣੀ ਇਸ ਕੜਾਈ ਤੋਂ ਵੱਡੀ ਕੜਾਈ ਮੰਗਵਾਉਣਾ ਚਾਹ ਰਹੀ ਸਾਂ ਕਿ ਇਹ ਮੈਨੂੰ ਛੋਟੀ ਪੈਂਦੀ, ਇਹ ਨਹੀਂ ਪਤਾ ਸੀ ਉਸ ਤੋਂ ਛੋਟੀ ਆ ਜਾਏਗੀ। ਤੇ ਇਹ ਲਓ ਜੀ, ਦੇਖ ਲਵੋ ਇੱਕ ਛੋਟੀ ਜਿਹੀ ਕੜਾਈ ਆ ਗਈ ਹੈ। ਇਹਨੂੰ ਕਹਿੰਦੇ ਨੇ ਬੇਇੱਜ਼ਤੀ ਜੇ ਨਹੀਂ ਹੋ ਗਈ, ਇਹ ਉਹ ਹਿਸਾਬ ਹੋਇਆ ਵੇ। ਲੇਕਿਨ ਵੈਸੇ ਦੇਖਣ 'ਚ ਅੱਛੀ ਹੈ, ਕੁਆਲਿਟੀ ਅੱਛੀ ਹੈ ਜੀ। ਪਰ ਸਾਈਜ਼ ਜਿਹੜਾ ਪੜ੍ਹਨ 'ਚ ਗਲਤੀ ਹੋਈ ਹੈ ਨਾ, ਉਸ ਹਿਸਾਬ ਨਾਲ ਛੋਟੀ ਹੈ, ਲੇਕਿਨ ਇੰਨੀ ਬੁਰੀ ਨਹੀਂ ਹੈ। ਚਲੋ ਠੀਕ ਹੈ ਜੀ, ਇਹ ਹੋ ਗਿਆ। ਇੱਕ ਅਸੀਂ ਮੰਗਾਇਆ ਸੀ ਛੋਟਾ ਜਿਹਾ, ਮੈਂ ਜਿਹੜਾ ਨਾ ਇੱਕ ਕੀ ਇਹਨੂੰ ਕਹਿੰਦੇ ਨੇ, ਬਕਸੂਆ ਕਹਿੰਦੇ ਨੇ ਜਾਂ ਕਲਿੱਪ ਕਹਿ ਲਓ, ਜਿਹੜਾ ਇਸ ਤਰ੍ਹਾਂ ਸਵੈਟਰ ਨੂੰ ਲਾਉਣ ਵਾਸਤੇ ਨਾ, ਕਿ ਅੱਗੇ ਇੱਥੇ ਕਿਉਂਕਿ ਜ਼ਿਆਦਾਤਰ ਸਵੈਟਰ ਨੂੰ ਬਟਨ ਨਹੀਂ ਹੁੰਦੇ ਨੇ, ਇਸ ਤਰ੍ਹਾਂ ਕਰਕੇ ਫਿਰ ਮੈਂ ਕਿਹਾ ਮੈਂ ਲਾ ਲਿਆ ਕਰਾਂਗੀ। ਅਤੇ ਚਲੋ ਇਸ ਤਰ੍ਹਾਂ ਘਣੀ ਸ਼ੋਸ਼ਾ ਹੋ ਜਾਏਗੀ ਸਾਡੇ ਜਿਹੜੇ ਅਸੀਂ ਪਾਉਂਦੇ ਹਾਂ। ਇਹ ਵੀ ਅੱਛੀ ਚੀਜ਼ ਨਿਕਲੀ ਹੈ, ਜ਼ਬਰਦਸਤ ਹੈ ਬਈ। ਅੱਛਾ, ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਪਤਾ ਨਹੀਂ ਕੀ, ਹਾਂ ਇਹਦੇ ਵਿੱਚ ਮੈਂ ਇੱਕ ਨਾ ਉਹ ਮੰਗਾਈਏ ਹੇਅਰ ਵਾਸਤੇ, ਕਿ ਜਿਹੜਾ ਨਾ
ਇਹ ਵੀ ਆਇਆ ਕਿ ਜਿਹੜਾ ਤੁਸੀਂ ਡਾਰਕ ਬਰਾਊਨ ਕਲਰ ਦਾ ਵੇ, ਔਰ ਇਹ ਤੁਸੀਂ ਜਿਹੜਾ ਨਾ ਜਿਹੜਾ ਵਾਲ ਤੁਹਾਡੇ ਮਤਲਬ ਅੱਗੋਂ ਥੋੜ੍ਹੇ ਰੂਟਸ ਨਜ਼ਰ ਆਉਣ ਲੱਗ ਜਾਂਦੇ ਨੇ ਨਾ, ਉਹਦੇ ਵਾਸਤੇ ਉਹਨਾਂ ਨੇ ਇੱਕ ਸ਼ੈ ਬਣਾਈ ਹੈ ਕਿ ਵੀ ਰੂਟਸ ਨਜ਼ਰ ਆ ਜਾਂਦੇ ਨੇ। ਪੂਰਾ ਕਲਰ ਕਰਨਾ ਬਿਹਤਰ ਹੈ ਕਿ ਤੁਸੀਂ ਰੂਟਸ ਦੇ ਉੱਪਰ ਇਸ ਤਰ੍ਹਾਂ ਕਰਕੇ ਤੁਸੀਂ ਲਾ ਲਵੋ, ਤੇ ਉਹ ਫਿਰ ਇੰਨਾ ਨਜ਼ਰ ਨਹੀਂ ਪਰ ਤੇ ਇੰਨਾ ਬਰਾਊਨ ਕਲਰ ਆ ਗਿਆ ਵੀ ਲਾ ਲਾਂਗੀ ਪਾਗਲ ਹੀ ਨਾ ਲੱਗਾ। ਲੇਕਿਨ ਬਹਿਰਲ ਚਲੋ ਅਸੀਂ ਟਰਾਈ ਕਰਾਂਗੇ ਇਹਨੂੰ ਕਿ ਇਹ ਵੀ ਅੱਛੀ ਚੀਜ਼ ਲੱਗ ਰਹੀ ਹੈ, ਮੈਨੂੰ ਦੇਖ ਕੇ ਤਾਂ ਬੜਾ ਅੱਛਾ ਲੱਗ ਰਿਹਾ ਸੀ ਵੀਡੀਓ 'ਚ। ਤੇ ਚਲੋ ਜੀ ਇਹ ਆ ਗਿਆ ਅੱਲਾਹੁ ਅਕਬਰ। ਇਹ ਕੀ ਆ ਗਿਆ ਵੇ, ਇਹ ਵੀ ਇੱਕ ਚੀਜ਼, ਇੱਕ ਹੋਰ ਚੀਜ਼ ਸੀ, ਉਹ ਪਤਾ ਨਹੀਂ ਕਿੱਥੇ ਗਈ, ਆਈ ਨਹੀਂ ਸ਼ਾਇਦ, ਛੋਟੀ ਜਿਹੀ ਚੀਜ਼। लो जी ਇਹ ਵਾਲਾ ਜਿਹੜਾ ਨਾ ਇੱਕ ਆਇਆ ਵੇ, ਮੰਗਵਾਇਆ ਲੇਕਿਨ ਪਤਾ ਨਹੀਂ ਇਹ ਵੀ ਸਾਈਜ਼ ਪਤਾ ਚਲੇ ਇੰਨਾ ਹੀ ਛੋਟਾ ਨਿਕਲ ਆਵੇ। ਇਹਨਾਂ ਦੀ ਸਾਈਜ਼ਿਸ ਦੇ ਮੁਤਾਲਿਕ ਬੜੇ ਰੀਲਸ ਵੀ ਬਣੀਆਂ ਹੋਈਆਂ ਨੇ ਕਿ ਬਹੁਤ ਛੋਟੇ ਸਾਈਜ਼ ਹੁੰਦੇ ਨੇ, ਔਰ ਇਹਨਾਂ ਦੇ ਲੇਕਿਨ ਇਹ ਫਿਰ ਵੀ ਸਹੀ ਹੈ। ਇਹ ਜਿਹੜਾ ਵੇ ਇਸ ਤਰ੍ਹਾਂ ਇੱਕ ਆਇਆ ਕਿ ਪਾਣੀ ਗਰਮ ਕਰਕੇ ਨਾ ਤੁਸੀਂ ਪੈਰਾਂ ਦੀ ਟਕੋਰ ਕਰਨੀ ਹੈ ਨਾ, ਉਹ ਛੋਟਾ ਜਿਹਾ ਟੱਬ ਟਾਈਪ ਹੈ, ਇਹ 'ਚ ਪਾਣੀ ਪਾ ਕੇ ਤੁਸੀਂ ਆਪਣੇ ਪੈਰਾਂ ਦੀ ਟਕੋਰ ਕਰ ਲਵੋ, ਬੈਠ ਜਾਵੋ, ਔਰ ਜਦੋਂ ਵੀ ਪਾਣੀ ਰੋੜ ਦੇਵੋ ਤੇ ਤੁਸੀਂ ਫਿਰ ਇਹਨੂੰ ਪੈਕ ਕਰਕੇ ਦੁਬਾਰਾ ਰੱਖ ਦੇਵੋ। ਤੇ ਚਲੋ ਇਹ ਵੀ ਇੰਨਾ ਛੋਟਾ ਨਹੀਂ ਹੈ, ਮੈਨੂੰ ਤਾਂ ਅਸੀਂ ਪਤਾ ਨਹੀਂ ਬਹੁਤ ਛੋਟਾ ਹੋਏਗਾ, ਮੇਰੇ ਪੈਰ ਹੀ ਅੰਦਰ ਨਹੀਂ ਜਾਣਗੇ, ਲੇਕਿਨ ਇੰਨਾ ਹੈਗਾ ਵੇ ਕਿ ਪੈਰ ਅੰਦਰ ਡੁੱਬ ਜਾਣਗੇ। ਪਾਣੀ ਪਾ ਕੇ ਇਸ ਤਰ੍ਹਾਂ ਫੜ ਕੇ ਮੈਂ ਲੈ ਜਾਇਆ ਕਰਾਂਗੀ। मैंने तुम्हारी गागर से कभी पानी पिया था। ए जी एक मंगवाया वे, यह की शै वे ले जाने, मैं भी बस ना एवं पाँदी गई। हाँ एक जन वे के ब्लैक हैड्स वगैरह जोड़े होंगे ना वो रिमूव करने वास्ते वे नक के उपर जिन्हों के होंगे ने ना, यह की कहते हैं मंगवाया वे। मेरे तो खैर नहीं होंगे ने तो मेरे हसबैंड वास्ते होंगे ने, तो मंगवाया एक कि उस अच्छा जिहा ऐसा आराम के नाल कट देगा। हुण असीं यूज़ करके देखांगे कैसा वे, लेकिन बहरहाल देखने च अच्छा लग रहा है, देखने में फर्स्ट लुक अच्छा है इसका। एक मैं मंगवाया स्कार्फ, स्कार्फ मैं आख्या चलो मैंने बड़ा अच्छा लगे सी, चीता प्रिंट टाइप, तस्वीर बहुत प्यारी लग रही सी, तो मैं आख्या चलो एक मंगवा के देखनी आ, लेकिन साथ हम क्वालिटी कपड़े की देखने और प्रिंट बहुत अच्छा है, बहुत अच्छा वे, लेकिन साइज़ मेरे हिसाब ना थोड़ा छोटा वे, और कपड़ा भी मेरे हिसाब के नाल वो वाला नहीं है जो मैं चाह रही सा ना, लेकिन वैसे अच्छा वे। लेकिन जैसे मैं सूती रहनी है ना, थोड़ा रेशमी टच वाला वे, थोड़ा रेशमी टच का आ गया वे। तो चलो जी कोई नहीं, हुण एक आध दफ़ा ले लांगे, लेकिन रहे कि उस तरह का नहीं निकलिया जिस तरह मैं चाह रही थी, लेकिन चीज़ अच्छी है। मैं कह देवां कि ख़राब है इस तरह नहीं है, लेकिन जो मैं चीज़ समझ के मंगवाई सी ना वो नहीं निकलिया, क्योंकि मैं सूती करनी उपर लिखा भी होंदा वे, लेकिन है कि बस मैनू प्रिंट इन्ना अच्छा लग्या, मैं कहा चीता प्रिंट दे चीती जी ना बड़ी दीवानी है। तो लो जी यह देख लो साड़ी टीमू शॉपिंग। एक चीज़ होर सी पता नहीं आई नहीं, निकली नहीं मेरे विचों, मैं की सी वो तो निकली नहीं विचों, ना देखो वो नहीं निकली, पता नहीं की है लेकिन वो नहीं निकली। बहरहाल यह जी साड़ी टीमू शॉपिंग, पहली दफ़ा टीमू शॉपिंग की थी, तो कुछ चीज़ां सही निकलियां, लेकिन कुछ जड़ियाँ ने वो, लेकिन है कि जी यह भी गलत निकली ना, मेरा कसूर है, मैं साइज़ इहदा नहीं पढ़िया। और की कहते ने स्कार्फ भी जड़ा वे वो कपड़े का उपर लिखा होया सी, लेकिन मैं प्रिंट की वजह मंगा लिया, ये उन्हों का कसूर नहीं है। तो बई फिर भी चलो ठीक है। असी जी अज सुरखरू हो गया शॉपिंग करके, टीमो शॉपिंग, और नाल जो बड़ा जबरदस्त पिंक पिंक जड़ा थैला भी दे दिता वे, यह सब तो अच्छी चीज़ आ गई है, क्योंकि उपर बाथरूम में ना टप पिया वे, मैं जो भी रात को थक जाती हाँ ना, यानी हाए उपरों टप लैके आवां तो फिर मैं पैर वो प्योवां, लेकिन वो फिर याद नहीं रहिंदा कि टप लैके आवां। यह नीचे अच्छी चीज़ आ गई कि गर्म पानी पा के पैर रख लिया करांगी। और गुड मॉर्निंग सोहणियो, गुड मॉर्निंग। लो भी सोहणियो, कम शम मुका के थोड़ा जिहा नबेड़ नबूड़ के असी अपने पसंदीदा टाइम की तरफ आ गए हैं। प्राइम टाइम साडा शुरू होने लगा वे।
ਅਸੀਂ ਜਾਣ ਲੱਗੇ ਹਾਂ ਜੰਪ ਮਾਰ ਕੇ ਉਹਨਾਂ ਜ਼ਮਾਨਿਆਂ ਵੱਲ ਤੇ ਨਾਲ ਕਰਾਂਗੇ ਗੱਪਸ਼ਪ। ਜ਼ਮਾਨੇ ਉਹ ਕੀ ਨੇ? ਜ਼ਮਾਨੇ ਇਹ ਹੀ ਨੇ ਨਾ ਕਿ ਜਿਹੜੇ ਗੁਜ਼ਰ ਚੁੱਕੇ ਨੇ, ਫਿਰ ਅਸੀਂ ਉਹਨਾਂ ਦਾ ਜ਼ਿਕਰ ਕਰਨੇ ਆ। ਉਹ ਤਾਂ ਗੁਜ਼ਰ ਗਿਆ ਵਕਤ, ਪਰ ਇਹ ਵੇ ਕਿ ਉਹ ਕੋਈ ਆਪਣੀ ਹਸੀਨ ਯਾਦ ਕੋਈ ਕਿਸੇ ਹਵਾਲੇ ਨਾਲ, ਕਦੀ ਕੱਪੜਿਆਂ ਦੇ ਥਣ ਦਾ ਜ਼ਿਕਰ ਆ ਜਾਂਦਾ ਹੈ, ਕਦੀ ਤੰਦੂਰ ਦੀਆਂ ਰੋਟੀਆਂ ਦਾ ਜ਼ਿਕਰ ਆ ਜਾਂਦਾ ਵੇ, ਤੇ ਕਦੀ ਅਸੀਂ ਗੱਲਾਂ ਕਰ ਲੈਂਦੇ ਹਾਂ ਵੀ ਲੱਸੀ ਪੀਂਦੇ ਸਾਂ, ਤੇ ਕਦੀ ਗੁੜ ਵਾਲੇ ਚੌਲ ਆ ਜਾਂਦੇ ਨੇ। ਬਸ ਉਹ ਯਾਦਾਂ ਜਿਹੜੀਆਂ ਨੇ ਨਾ ਸਾਡਾ ਜਿਹੜਾ ਨਾ ਸਮਝੋ ਸਰਮਾਇਆ ਹਯਾਤ ਨੇ। ਅੱਲਾਹ ਪਾਕ ਨੇ ਬੜਾ ਚੰਗਾ ਸਾਨੂੰ ਬਣਾਇਆ, ਸਾਡਾ ਸਿਸਟਮ ਜਿਹੜਾ ਹੈ ਨਾ ਸਿਸਟਮ ਬੜਾ ਚੰਗਾ ਬਣਾਇਆ ਵੇ, ਪਰ ਉਹਦੇ ਵਿੱਚ ਡਿਲੀਟ ਵਾਲਾ ਆਪਸ਼ਨ ਜਿਹੜਾ ਹੈ ਨਾ ਉਹ ਨਹੀਂ ਦਿੱਤਾ ਅੱਲਾਹ ਪਾਕ ਨੇ ਕਿ ਜਿਹੜੀਆਂ ਯਾਦਾਂ ਹੁੰਦੀਆਂ ਨਾ ਉਹਨਾਂ ਨੂੰ ਅਸੀਂ ਡਿਲੀਟ ਨਹੀਂ ਕਰ ਸਕਦੇ ਹਾਂ। ਦੁਨੀਆ 'ਚ ਤੁਸੀਂ ਹਰ ਸ਼ੈ ਕਰ ਸਕਦੇ ਹੋ। ਫੋਨ ਵਿੱਚੋਂ ਜਿਹੜੀ ਮੈਮੋਰੀ ਹੈ ਤੁਸੀਂ ਮਾਰੋ ਡਿਲੀਟ, ਉਹ ਗਈਆਂ। ਤਸਵੀਰਾਂ ਉਡਾਉਣੀਆਂ ਨੇ ਉਹ ਗਈਆਂ, ਕੋਈ ਹੋਰ ਚੀਜ਼ ਉਡਾਉਣੀ ਉਹ ਗਈ। ਪਰ ਜ਼ਿੰਦਗੀ ਵਿੱਚੋਂ ਜਿਹੜੇ ਤੁਹਾਡੇ ਮੁਕਾਮ ਗੁਜ਼ਰ ਚੁੱਕੇ ਹੁੰਦੇ ਨੇ ਨਾ, ਉਹਨਾਂ ਨੂੰ ਡਿਲੀਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਹਨਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ, ਜਿਹਨਾਂ ਨਾਲ ਤੁਸੀਂ ਆਪਣਾ ਵਕਤ ਗੁਜ਼ਾਰਿਆ ਹੁੰਦਾ ਵੀ, ਚਾਹੇ ਉਹ ਅੱਛਾ ਵਕਤ ਹੋਵੇ ਚਾਹੇ ਬੁਰਾ ਵਕਤ ਹੋਵੇ, ਬਈ ਡਿਲੀਟ ਮਾਰਨਾ ਬੜਾ ਮੁਸ਼ਕਿਲ ਜੇ। ਤੇ ਚਲੋ ਜੀ ਅਸੀਂ ਆ ਜਾਂਦੇ ਹਾਂ ਤੁਹਾਡੇ ਕੀ ਕਹਿੰਦੇ ਨੇ ਕਮੈਂਟਸ ਦੀ ਤਰਫ। ਛੇਤੀ ਛੇਤੀ ਕਮੈਂਟ ਪੜ੍ਹਨੇ ਆ, ਫਿਰ ਸਾਡਾ ਤਵਾਲਤ ਵੀ ਨਾ ਹੋ ਜਾਵੇ। ਤੇ ਬਹੁਤ ਜ਼ਿਆਦਾ ਥੋੜ੍ਹੀ ਜਿਹੀ ਤਮਹੀਦ ਤਾਂ ਬੰਨ੍ਹਣੀ ਪੈਂਦੀ ਹੈ ਨਾ ਕਿ ਅਸੀਂ ਹੁਣ ਕਰਨ ਕੀ ਲੱਗੇ ਆ, ਸਾਡਾ ਅਗਲਾ ਸਟੈਪ ਕੀ ਹੋਣ ਲੱਗਾ ਜੇ ਬਈ, ਤੇ ਅਸੀਂ ਫਿਰ ਥੋੜ੍ਹਾ ਜਿਹਾ ਉਹਦੇ ਵਿੱਚ ਤੜਕਾ ਲਾ ਦਿੰਦੇ ਹਾਂ ਉਹਨਾਂ ਜ਼ਮਾਨਿਆਂ ਦੇ ਜ਼ਿਕਰ ਦਾ। ਤੇ ਚਲੋ ਜੀ ਸਭ ਤੋਂ ਪਹਿਲਾਂ ਜਿਹੜਾ ਵੇ ਨਾ कमेंट जरा उपरों उपरों से नीचे ਨੂੰ ਜਾਂਦੇ ਆ। शो हो रहा है शील कौर, अभी ढूंढ ही रही थी तुम्हें ये नजर हमारी कि तुम आ गए अचानक, बड़ी उम्र है तुम्हारी, अभी ढूंढ ही रही थी तुम्हें ये नज़र हमारी। ਤੇ ਅਭੀ ਢੂੰਢ ਹੀ ਰਹੀ ਥੀ। ਅਸੀਂ ਕਈ ਦਿਨਾਂ ਤੋਂ ਸ਼ੀਲ ਨੂੰ ਲੱਭਨੇ ਫਿਰਦੇ ਸਾਂ। ਸ਼ੀਲ ਨੇ ਇੱਕ ਦਿਨ ਪਹਿਲੇ ਵੀ ਲਿਖਿਆ ਸੀ ਕਿ ਮੈਂ ਤੁਹਾਡਾ ਜਿਹੜਾ ਨਾ ਵਲੌਗ ਦੇਖਣੀ ਹੈ ਪਰ ਲੇਟ ਕੇ ਦੇਖਣੀ ਆ, ਆਰਾਮ ਨਾਲ ਬੈੱਡ ਦੇ ਉੱਪਰ ਤੇ ਟੀਵੀ ਦੇ ਉੱਪਰ ਸਾਰੇ ਜਿਹੜਾ ਦੇਖੇਗਾ ਨਾ ਤੇ ਫਿਰ ਕਮੈਂਟ ਦਾ ਜਿਹੜਾ ਨਾ ਆਪਸ਼ਨ ਨਹੀਂ ਹੁੰਦਾ। ਤੇ ਇਸ ਤਰ੍ਹਾਂ ਸ਼ੀਲ ਨੇ ਕਿਹਾ ਮੈਂ ਬਾਜੀ ਮੈਂ ਦੇਖਣੀ ਆ, ਭਾਵੇਂ ਕਿੰਨੀ ਮਸਰੂਫ ਹੋਵਾਂ ਮੈਂ ਦੇਖਣੀ ਜ਼ਰੂਰ ਆ, ਔਰ ਬੜਾ ਮੈਂ ਲੁਤਫ ਉਠਾਨੀ ਉਹਨਾਂ ਜ਼ਮਾਨਿਆਂ ਦਾ। ਤੇ ਉੱਪਰ ਐਵੇਂ ਕਿ ਉਹਨਾਂ ਨੇ ਵਜ਼ਾਹਤ ਕਰ ਦਿੱਤੀ ਸੀ। ਪਹਿਲੇ ਬੜੇ ਦਿਨਾਂ ਬਾਅਦ ਸ਼ੀਲ ਦਾ ਕਮੈਂਟ ਆਇਆ ਤੇ ਦਿਲ ਜਿਹੜਾ ਵੇ ਇੱਕ ਵਾਰੀ ਫਿਰ ਗਾਰਡਨ ਗਾਰਡਨ ਹੋ ਗਿਆ ਸਾਡਾ। ਬਹੁਤ ਸ਼ੁਕਰੀਆ ਸ਼ੀਲ। ਸ਼ੀਲ ਲਿਖਦੇ ਨੇ ਸਤਿ ਸ੍ਰੀ ਅਕਾਲ ਬਾਜੀ, ਸਤਿ ਸ੍ਰੀ ਅਕਾਲ ਸ਼ੀਲ। ਤੇ ਉਹਨਾਂ ਨੇ ਕਿਹਾ ਕਿ ਸਾਦਗੀ ਦਾ ਆਪਣਾ ਹੀ ਹੁਸਨ ਹੁੰਦਾ ਜੇ ਬਈ, ਸਾਦਗੀ ਬੜੀ ਚੰਗੀ ਹੈ। ਤੇ ਉਹਨਾਂ ਨੇ ਕਿਹਾ ਕਿ ਸੂਟ ਤੇ ਹੁਣ ਵੀ ਅਸੀਂ ਪਾਉਂਦੇ ਆ ਕਦੀ ਕਦੀ, ਇੱਕੋ ਜਿਹੇ ਪਾ ਲੈਂਦੇ ਆ, ਪਰ ਉਹ ਜ਼ਮਾਨਿਆਂ ਦਾ ਲੁਤਫ ਹੀ ਕੁਛ ਹੋਰ ਸੀ ਕਿ ਜਦੋਂ ਮੇਰੀ ਮਾਮਾ ਦੱਸਦੇ ਨੇ ਕਿ ਇਕੱਠੇ ਇਕੱਠੇ ਥਾਨ ਆ ਜਾਂਦੇ ਸਨ, ਇੱਕੋ ਜਿਹੇ ਕੱਪੜੇ ਪਾਉਣਾ ਬੜਾ ਫਖਰ ਦਾ ਕੀ ਕਹਿੰਦੇ ਨੇ ਸਮਝਿਆ ਜਾਂਦਾ ਸੀ। ਨਾਇਬ ਜ਼ਮਾਨਿਆਂ ਵਿੱਚ ਇੱਕੋ ਜਿਹੇ ਕੱਪੜੇ ਪਾਉਣਾ ਬੜਾ ਮੁਹੱਬਤ ਦੀ ਅਲਾਮਤ ਸਮਝੀ ਜਾਂਦੀ ਸੀ। ਉਹਨਾਂ ਦੀ ਮਾਮਾ ਵੀ ਇਸ ਤਰ੍ਹਾਂ ਦੇ ਕਿੱਸੇ ਸੁਣਾਉਂਦੇ ਨੇ ਸ਼ੀਲ ਦੇ, ਉਹ ਕਹਿੰਦੇ ਮੈਂ ਬੜਾ ਇੰਜੋਏ ਕਰਨੀ ਇਹਨਾਂ ਚੀਜ਼ਾਂ ਨੂੰ। ਬਹੁਤ ਸ਼ੁਕਰੀਆ ਸ਼ੀਲ ਤੁਹਾਡੀ ਮੁਹੱਬਤਾਂ ਦਾ। तो उन्होंने कहा कि मैं तेरे व्लॉग्स भी बहुत इंजॉय करनी है। बहुत शुक्रिया। इंजॉय जरा जोर दी मैं कह लवां जोर ला के ताकि सारिਆਂ ਨੂੰ पता चल जाए। कोई सारे बड़े लुत्फअंदोज़ होंगे ने ਜਿਹੜੇ ना इस तो व्लॉग तो। बहुत शुक्रिया शील ਤੁਹਾਡੀ ਮੁਹੱਬਤਾਂ ਦਾ कि वो जिक्र ਤੇ ਸਾਰੇ कई दफ़ा उज़मा ने भी अपनी स्टोरी सुना दी है। उज़मा कहती है थान ते थान आ जाते सन भरावां वास्ते ते मेरे भी ਉਹਦੇ 'ਚ बन जाते सन कपड़े। इस तरह ही ਹੁੰਦਾ ਸੀ ਸਾਡੀ ਫੁੱਫੋ ਔਰ ਉਹਨਾਂ ਦੀ ਜਿਹੜੇ ਅਸੀਂ ਗੱਲਾਂ ਸੁਣੀਆਂ ਨੇ। ਉਹ ਕਹਿੰਦੇ ਸਨ ਸਭ ਦੇ ਥਾਨ ਆਉਂਦੇ ਸਨ। ਉਸ ਜ਼ਮਾਨਿਆਂ 'ਚ ਨਜ਼ਦੀਕ ਬਾਜ਼ਾਰ ਨਹੀਂ ਹੁੰਦੇ ਸਨ, ਬੰਦੇ ਜਾਂਦੇ ਸਨ, ਸ਼ਾਪਿੰਗ ਕਰਦੇ ਸਨ, ਥਾਨ ਲਿਆ ਕੇ ਔਰਤਾਂ ਦੇ ਮੱਥੇ ਮਾਰ ਦਿੰਦੇ ਸਨ। ਲੋ ਫੜੋ ਵੀ ਹੁਣ ਸੀਵੋ ਝੱਗੇ ਝੁੱਗੇ ਜੋ ਕੁਝ ਤੁਸੀਂ ਸੀਣਾ ਨਾ ਸੀ ਕੇ ਪਾਓ, ਤੰਬੀਆਂ ਸੀਵੋ ਤੇ ਝੱਗੇ ਸੀਵੋ, ਜੋ ਮਰਜ਼ੀ ਸੀਵੋ ਤੁਹਾਨੂੰ ਅਸੀਂ ਲਿਆ ਕੇ ਦੇ ਦਿੱਤਾ ਵੇ। ਤੇ ਬੜੇ ਖੂਬਸੂਰਤ ਜ਼ਮਾਨੇ ਸਨ कि मैनू अपने हाफसिया जी गल याद है ना कि साढ़े अबू इस थान से नहीं लैके आते सन, फुफो दी बेटियां होंदियां सन, पर सानू बड़ा शौक हुंदा सी कि असीं इक्को जे कपड़े पाईए। कोई ईद आनी या कोई ऐसा मौका आना, असीं कोशिश विच होंदे सन कि असीं इकट्ठे इक्को जे कपड़े बनाईए। जे असीं इक्को जे कपड़े बना लेंदे सा असीं बड़ा खुश होंदे सा कि साडे इक्को जे कपड़े ने। ते बड़ी फखरिया पेशकश हुंदी सी। हुण ते फखरिया पेशकश ही मुक गईयां ने सारियां। ਹੁਣ ਲੋਕ ਜਿਹੜੇ ਨਾ ਨਹੀਂ ਬਣਾਉਂਦੇ ਇੱਕੋ ਜਿਹੇ, ਔਰ ਜੇ ਬਣਾ ਲੈਂਦੇ ਨੇ ਆਪਣੇ ਸੂਟ ਲੁਕਾ ਕੇ ਰੱਖਦੇ ਨੇ, ਕੋਈ ਕਿਸੇ ਦੀ ਨਜ਼ਰ ਨਾ ਇੱਥੇ ਪੈ ਜਾਵੇ
ਤੇ ਕੀ ਕਹਿੰਦੇ बुरी नज़र ना पड़ जाए। तो नाहिद महमूद कह रहे हैं माशाअल्लाह प्यारी बाजी बहुत प्यारी लग रही। बहुत शुक्रिया नाहिद ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਇੰਨੀ ਮੁਹੱਬਤ ਦਿੰਦੇ ਹੋ। ਤੇ ਇਸ ਤੋਂ ਮੈਂ ਚੰਗੀ ਲੱਗ ਰਹੀ ਹਾਂ ਕਿ ਤੁਹਾਡੇ ਆਪਣੇ ਕਹਿੰਦੇ ਨੇ ਹੁਸਨ ਜਿਹੜਾ ਨਾ ਦੇਖਣ ਵਾਲੇ ਦੀ ਅੱਖ ਵਿੱਚ ਹੁੰਦਾ ਵੇ, ਦੂਸਰੇ ਵਿੱਚ ਨਹੀਂ ਹੁੰਦਾ। ਜਿਹੜਾ ਦੇਖ ਰਿਹਾ ਹੁੰਦਾ ਨਾ ਉਹਦੀ ਅੱਖ ਵਿੱਚ ਹੁੰਦਾ ਹੁਸਨ। ਤੇ ਕੀ ਕਹਿੰਦੇ ਨੇ ਕਦੀ ਬਗੈਰ ਫਿਲਟਰ ਦੇ ਦੇਖੋ ਤੇ ਸਹੀ, ਸਾਨੂੰ ਡਰ ਜਾਓਗੇ ਤੁਸੀਂ। ਤੇ ਅੱਜ ਕੱਲ੍ਹ ਬੜਾ ਕਮਾਲ ਜੇ ਵੀ ਫਿਲਟਰਾਂ ਦਾ, ਕਿ ਫਿਲਟਰ ਸੋਹਣੇ ਸੋਹਣੇ ਫਿਲਟਰ ਆ ਗਏ ਨੇ, ਜਿੰਨੇ ਮਰਜ਼ੀ ਤੁਸੀਂ ਸੋਹਣੇ ਬਣ ਜਾਵੋ, ਅੱਜ ਕੱਲ੍ਹ ਮਸਲਾ ਨਹੀਂ ਹੈ। ਪਰ ਐਵੇਂ ਕਿ ਬਗੈਰ ਫਿਲਟਰ ਦੇ ਦੇਖੋਗੇ ਹੋ ਸਕਦਾ ਤੁਹਾਡਾ ਤਰਾ ਹੀ ਨਿਕਲ ਜਾਵੇ। ਤੇ ਬਾਕੀ उस्मा लिखते पे ने कि काला रंग आपके गोरे चिट्टे रंग पर बहुत ही अच्छा लगता है। आपका मुस्कुराता चेहरा देखते ही चेहरे पर खुशी आ जाती है। हमने बचपन में हरे छोले का पूरा 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 पौधा आग पर जलाकर खाया है। भाई सेंटर में आग लगाते, बाकी सब बच्चे अपना अपना पौधा इस पर हाथ में पकड़ कर जलाते और फिर छिलका उतार कर खाते थे। हम इसे होला कहते थे। ये हमारी बड़ी ही प्यारी याद है। तो बई बहुत शुक्रिया कि उस्मा तुसी इन्नी अच्छी अपनी याद शेयर की थी कि पूरा पूरा तुसी कोई ज़्यादा ही जज्बाती हो जाते सो कि पूरा पौधा ही पुट के लिया के साड़ लेंदे सो। तो बाज़ारों भी इस तरह मिलता है, वो पूरे पूरी डंडियां समेत भी मैं देखा वे कि बाज़ विकण वास्ते भी आंदा है। तो बाकी हौला भी कहते सन। तो यह की कहते हैं मज़ेदार लगते हैं। छोलिया भी कहा जाता है। मुख्तलिफ इलाकों च मुख्तलिफ चीज़ों के मुख्तलिफ ना होंगे ने। कोई भी जड़ी बूटी भी बाज़ दफ़ा तुसीं देखते हो ना, तो इस तरह होंदा वे कि उस जड़ी बूटी का दूसरी जुबान च कुछ होर ना होंदा वे। इस तो ज़्यादातर तस्वीर नाल हुण लोग ला देंदे ने। गूगल का दौर है कि लोग सर्च करन किसी चीज़ नूं, तो बाज़ दफ़ा वो तस्वीर फिर नाल बड़ी ज़रूरी होंदी है कि एक ही चीज़ के मुख्तलिफ मुकामी इलाकों मुख्तलिफ ना होंदे ने। तो बहुत शुक्रिया उस्मा, तुसीं अपनी याद शेयर की छोलियां के हवाले दे नाल। तो असी भी जरा ना भुन के इस तवे ते ज़्यादा खाने होने, सा लियाने करने और भुन के ज़्यादा खाने। सालन जड़ा वे वो भी आलूआं दे नाल हल्का जिहा शोरबे वाला सालन भी इन्हां दा बड़ा मज़ेदार लगता है। चावल भी बनते हैं, बहुत सारिया चीज़ां दी बनदियां ने, वैसे भी खाधे जाते हैं। तो मैं 2 पैकेट लैके आई सा। मेरा एक मैं उदन भुनिया सी, ते खाली मेरा पिया वे। तो मैं सोचा सी मैं चौल बनावांगी ना, थोड़े सालन आलू पा के ना सालन बनावांगी। पर इन्ने अंदरों अच्छे नहीं निकले, मतलब मरे मरे ज़्यादा निकले, तो जिंदा घट ही निकले ने, मरे मरे बहुते निकले। तो इस तो फिर मैं क्या होना तय भी मेहनत ही करनी है, इन्हों किधर भुन के ही खा छड़ांगे। वरना मेरा इरादा यही सी कि अंदरों अगर मोटे साइज़ का निकलता है, बड़ा अच्छा चना निकलता है ना, फिर वह सालन बनाओ या चावलों च पाओ, बड़ा अच्छा। पर अंदरों इन्ने ज़्यादा जानदार नहीं निकले, या तो टाइम तो पहलों इन्हों कट तोड़ लिया, या कोई किस्म ऐसी सी। बहरहाल चलो असी भी शौक पूरा कर लिया। बहुत शुक्रिया उस्मा। काले रंग का भी तुसीं क्या बड़ा चंगा लगता, भी काला रंग मेरा फेवरेट कलर है। तो नसीमा डार कहते हैं लवली व्लॉग, तो उन्होंने कहा दाल लुकिंग यम्मी, छोलिया वाले चावल बहुत मज़े के बनते हैं। तो बिल्कुल ठीक आख्या तुसीं नसीमा कि चावल भी जड़े बनते हैं ना बहुत मज़े के बनते हैं। ज़ारे हरी सब्जी है, फ्रैश ताज़ी मौसम की चीज़ आती है और फिर उन्होंने बना के खाओ। और वैसे भी ये कि जी सीजन की चीज़ आती है ना, उन्होंने ज़रूर खाना चाहिए, चाहे फ्रूट है चाहे वो सब्जी है। सीजन च जी आवे उन्होंने ज़रूर खावो। कोई भी शै हो, मतलब फ्रूट के हवाले ना या सब्जी के हवाले ना, तो सीजन दी ये चीज़ां होंदियां इस तरह दियां बड़ियां चंगियां लगदियां। बहुत शुक्रिया नसीमा कि तुसी अपनी याद शेयर की। लाजमी तुसी चौल खादे हुए ने जेड़े छोलियां वाले चौल, कि तुसी अपनी याद उस हिसाब नाल शेयर की है। ते इन्ना कहते पे ने काले कपड़े ना पाया करो सोनियो, नज़र लग जाएगी। माशाअल्लाह। तो उन्होंने कहा बड़ी टेस्टी दाल बनाई है तुसी, हांडी जड़ी बनाई है ना, तो अल्लाह सुकून वाली सेहत दवे तुहानू। तो उन्होंने कहा काले कपड़े ना पाया करो सोनियो, नज़र लग जाएगी। नहीं सोनियो कि कहते ने नज़र नहीं लगती, अल्लाह रहम करे। तो काला सूट तो मेरा फेवरेट है। मेरा एक टाइम ऐसा आ गया सी जिंदगी में, काले रंग की भी एक कहानी है मेरी जिंदगी में, कि चलो थोड़ी जी मैं तुहाडे नाल शेयर कर देनी हाँ। कि काला रंग मैनू सारे एक नौजवानी होंदी है या कोई भी टाइम तुहानू एक कलर मुख्तलिफ अच्छे लगते हैं ना, सानू हमेशा काले रंग का मैनू शौक होंदा सी कि मैं काला जोड़ा पावां।
ਪਰ ਸਾਡੇ ਅੱਬੂ ਸਾਡੇ ਵੱਡੇ ਸਾਨੂੰ ਕਾਲਾ ਰੰਗ ਨਹੀਂ ਪਾਉਣ ਦਿੰਦੇ ਸਨ, ਪਤਾ ਨਹੀਂ ਕੀ ਵਜ੍ਹਾ ਵਾ। ਮੈਨੂੰ ਅੱਜ ਤੱਕ ਵਜ੍ਹਾ ਨਹੀਂ, ਅੱਬੂ ਵਿਚਾਰੇ ਦੁਨੀਆ ਤੋਂ ਵੀ ਚਲੇ ਗਏ, ਪਰ ਅਸੀਂ ਕਦੀ ਪੁੱਛਿਆ ਹੀ ਨਹੀਂ, ਕਦੀ ਜ਼ਰੂਰਤ ਹੀ ਨਹੀਂ ਹੋਈ ਇੰਨੀ ਕਿ ਪੈਰੈਂਟਸ ਕੋਲੋਂ ਪੁੱਛੀਏ ਕਿ ਤੁਸੀਂ ਸਾਨੂੰ ਕਿਉਂ ਮਨਾ ਪੇ ਕਰਦੇ ਹੋ। ਪਰ ਇਹ ਵੀ ਕਿ ਕਾਲਾ ਰੰਗ ਅੱਬੂ ਕਹਿੰਦੇ ਸਨ ਖਬਰਦਾਰ ਜੇ ਕਿਸੇ ਨੇ ਕਾਲੇ ਰੰਗ ਦਾ ਕੱਪੜਾ ਪਾਇਆ, ਕੋਈ ਕਾਲਾ ਕੱਪੜਾ ਨਹੀਂ ਲਿਆਉਣਾ। ਕਈ ਦਫਾ ਅੱਬੂ ਕੋਲ ਥੋੜੀ ਜਿਹੀ ਜੋ ਮੈਂ ਬੜੀ ਹੋ ਗਈ ਸਨ ਕਿ ਅੱਬੂ ਜੀ ਕਾਲਾ ਸੂਟ ਸਵਾ ਲਵਾਂ, ਅੱਬੂ ਨੂੰ ਕਹਿਣਾ ਨਹੀਂ ਨਹੀਂ ਕੋਈ ਕਾਲਾ ਕੱਪੜਾ ਨਹੀਂ ਪਾਉਣਾ, ਉਹ ਲਿਆਣ ਹੀ ਨਹੀਂ ਦਿੰਦੇ ਸਨ ਘਰ ਕਾਲਾ ਕੱਪੜਾ। ਤੇ ਇਸ ਤਰ੍ਹਾਂ ਫਿਰ ਅਸੀਂ ਕਦੀ ਪਾਇਆ ਨਹੀਂ ਸੀ। ਫਿਰ ਜਦੋਂ ਮੇਰੀ ਸ਼ਾਦੀ ਹੋ ਗਈ ਨਾ ਤੇ ਉਦੋਂ ਕਾਫੀ ਮੇਰਾ ਖਿਆਲ 1-2 ਸਾਲ ਬਾਅਦ ਮੈਂ ਇੱਕ ਦਿਨ ਅੰਮਾ ਜੀ ਕੋ ਪੁੱਛਿਆ, ਮੈਂ ਸਮਝੀ ਸਭ ਪਾਉਂਦੇ ਹੀ ਨਹੀਂ ਕਾਲਾ ਕੱਪੜਾ, ਕੁੜੀਆਂ ਪਾਉਂਦੀਆਂ ਹੀ ਨਹੀਂ ਨੇ। ਤੇ ਮੈਂ ਅੰਮਾ ਜੀ ਕੋ ਇੱਕ ਦਿਨ ਪੁੱਛਿਆ, ਮੈਂ ਕਿਹਾ ਅੰਮਾ ਜੀ ਕਾਲਾ ਰੰਗ ਪਾ ਲਵਾਂ, ਮੈਂ ਇੱਕ ਸੂਟ ਸਵਾ ਲਵਾਂ ਕਾਲੇ ਰੰਗ ਦਾ। ਅੰਮਾ ਕਹਿੰਦੇ ਹਾਂ ਸਵਾਲ ਹੈ, ਉਹਦੇ 'ਚ ਕੀ ਹੈ। ਮੈਂ ਕਿਹਾ ਹੈ, ਮੈਂ ਤਾਂ ਇੰਨੀ ਖੁਸ਼ ਹੋਈ, ਮੈਂ ਕਿਹਾ ਲੋ ਬਈ ਇਹ ਤਾਂ ਇਜਾਜ਼ਤ ਮਿਲ ਗਈ ਹੈ। ਅੰਮਾ ਕਹਿੰਦੀ ਆਹੋ ਤਾਂ ਪਾ ਲੈ, ਕਾਲੇ ਰੰਗ 'ਚ ਕੀ ਹੈ। ਮੈਂ ਤਾਂ ਬਸ ਸਹੀ ਫਿਰ ਤੇ ਕਾਲਾ ਜੋੜਾ ਖਰੀਦਿਆ, ਜ਼ਿੰਦਗੀ 'ਚ ਪਹਿਲੀ ਦਫਾ ਪਾਇਆ, ਬੜਾ ਹੀ ਚੰਗਾ ਲੱਗਿਆ। ਉਸ ਤੋਂ ਬਾਅਦ ਫਿਰ ਮੈਨੂੰ ਕੀ ਕਹਿੰਦੇ ਨੇ ਇੱਕ ਚਸਕਾ ਲੱਗ ਗਿਆ ਸੀ ਕਿ ਫਿਰ ਮੈਂ ਕਾਲਾ ਰੰਗ ਮੇਰਾ ਫੇਵਰੇਟ ਰਿਹਾ। ਹੁਣ ਵੀ ਮੈਂ ਬਾਜ਼ਾਰ ਜਾਵਾਂ ਕਿਤੇ ਵੀ ਤਾਂ ਮੇਰਾ ਹੱਥ ਜਿਹੜਾ ਨਾ ਕਾਲੇ ਦੇ ਉੱਪਰ ਹੀ ਜ਼ਿਆਦਾ ਪੈਂਦਾ ਵੇ ਕਿ ਕਾਲਾ ਲੈ ਲਵਾਂ। ਪਰ ਇਹ ਕਿ ਫਿਰ ਇੱਕ ਸਾਲ ਐਸਾ ਆਇਆ ਕਿ ਸਾਰੇ ਭੈਣ ਭਰਾਵਾਂ ਨੂੰ ਵੀ ਪਤਾ ਚੱਲ ਗਿਆ ਵੀ ਇਹ ਤੇ ਕਾਲੇ ਦੀ ਦੀਵਾਨੀ ਹੈ। ਹੋ ਕਾਲਾ ਸ਼ਾਹ ਕਾਲਾ, ਹੋ ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਏ ਦਿਲਦਾਰ, ਗੋਰਿਆਂ ਨੂੰ ਪਰਾਂ ਕਰੋ, ਮੈਂ ਆਪ ਤਿਲੇ ਦੀ ਤਾਰ, ਗੋਰਿਆਂ ਨੂੰ ਪਰਾਂ ਕਰੋ, ਹੋ ਕਾਲਾ ਸ਼ਾਹ ਕਾਲਾ। ਤੇ ਕਾਲਾ ਸ਼ਾਹ ਕਾਲਾ ਬੜਾ ਪਸੰਦ ਸੀ। ਤੇ ਫਿਰ ਉਹ ਇਸ ਤਰ੍ਹਾਂ ਹੋਇਆ ਕਿ ਮੈਂ ਆਪ ਵੀ ਕਾਲੇ ਲੈ ਲੈਂਦੀ ਸਾਂ। ਔਰ ਵਿੱਚ ਐਸਾ ਇੱਕ ਟਾਈਮ ਆਇਆ ਕਿ ਮੇਰੀ ਬਰਥਡੇ 'ਤੇ ਜ਼ਿਆਦਾਤਰ ਮੇਰੇ ਭੈਣ ਭਰਾ ਮੈਨੂੰ ਜਿਹੜਾ ਸੂਟ ਹੀ ਗਿਫਟ ਕਰ ਦਿੰਦੇ ਹੁੰਦੇ ਸਨ ਕਿ ਚਲੋ ਬਾਜੀ ਨੂੰ ਹੋਰ ਕੀ ਦੇਣ, ਬੱਚੀ ਥੋੜ੍ਹੀ ਆ ਮੈਂ ਕਿ ਮੈਨੂੰ ਕੋਈ ਖਿਡੌਣਾ ਦੇ ਦੇਣਗੇ। ਤੇ ਉਹ ਫਿਰ ਮੈਨੂੰ ਸੂਟ ਗਿਫਟ ਕਰ ਦਿੱਤਾ ਜਾਂਦਾ ਸੀ, ਸਾਰੇ ਪਾਸਿਓਂ ਸੂਟਾਂ ਦੀ ਭਰਮਾਰ ਹੋ ਜਾਂਦੀ ਸੀ, ਸਾਰੇ ਇੱਕ ਇੱਕ ਸੂਟ ਲੈ। ਉਹ ਇੱਕ ਟਾਈਮ ਐਸਾ ਆਇਆ ਕਿ ਹਰ ਕਿਸੇ ਨੇ ਕਾਲਾ, ਉੱਧਰੋਂ ਵੀ ਕਾਲਾ, ਉੱਧਰੋਂ ਵੀ ਕਾਲਾ। ਮੇਰੀ ਅਲਮਾਰੀ 'ਚ ਕਾਲਿਆਂ ਤੇ ਸਵਾ ਕੋਈ ਕਲਰ ਹੀ ਨਜ਼ਰ ਆਉਣਾ ਬੰਦ ਹੋ ਗਿਆ ਕਿ ਹਾਂ ਮੈਂ ਆਪ ਵੀ ਕਾਲੇ ਲੈ ਲੈਂਦੀ ਸਾਂ, ਦੂਜੇ ਵੀ ਮੈਨੂੰ ਕਾਲਾ ਦੇ ਦਿੰਦੇ ਸਨ। ਮੈਂ ਕਿਹਾ ਵੀ ਇਹ ਤਾਂ ਭਈਆ ਇਹਨੂੰ ਰੋਕੋ, ਬ੍ਰੇਕਾਂ ਲਾਓ, ਇਹ ਤਾਂ ਬੜਾ ਕੰਮ ਖਰਾਬ ਹੋ ਗਿਆ। ਫਿਰ ਮੈਂ ਦੂਸਰੇ ਕਲਰ ਵੀ ਲੈਣੇ ਸ਼ੁਰੂ ਕੀਤੇ, ਪਰ ਹਾਲੇ ਵੀ ਅਗਰ ਮੈਂ ਸ਼ਾਪਿੰਗ ਕਰਨ ਜਾਂਦੀ ਹਾਂ, ਅਗਰ ਮੈਂ 4 ਸੂਟ ਖਰੀਦਣੇ ਹੋਣ ਉਹਦੇ ਵਿੱਚੋਂ ਇੱਕ ਸੂਟ ਕਾਲਾ ਜ਼ਰੂਰ ਹੋਏਗਾ। ਅਗਰ ਮੈਂ 2 ਸੂਟ ਖਰੀਦਣੇ ਹੋਣ ਤਾਂ ਵੀ ਉਹਦੇ 'ਚੋਂ ਇੱਕ ਸੂਟ ਕਾਲਾ ਜ਼ਰੂਰ ਹੋਏਗਾ। ਕਾਲੇ ਰੰਗ ਤੇ ਮੇਰਾ ਜਿਹੜਾ ਨਾ ਬਸ ਹੱਥ ਰੁਕਦਾ ਨਹੀਂ, ਫਿਰ ਮੈਨੂੰ ਬੜਾ ਚੰਗਾ ਲੱਗਦਾ। ਮੇਰੇ ਕੋਲ ਕਈ ਜੋੜੇ ਨੇ ਕਾਲੇ, ਉਹਦੇ ਵਿੱਚ ਨਾ ਕਈ ਕਾਲੇ ਨੇ। ਮੈਂ ਕਿਸੇ ਦਿਨ ਤੁਹਾਨੂੰ ਦਿਖਾਵਾਂਗੀ, ਮੇਰੇ ਕੋਲ ਕਾਲੀਆਂ ਸ਼ਰਟਾਂ, ਕਾਲੇ, ਮੈਨੂੰ ਪਸੰਦ ਹੈ ਕਾਲਾ ਕਲਰ। ਚਲੋ ਵੀ ਅੱਜ ਅਸੀਂ ਕਾਲੇ ਰੰਗ की कहानी आपसे बयान कर दी कि काला क्यों ਇੰਨਾ ਅੱਛਾ ਲੱਗਦਾ। ਇਸ ਤਰ੍ਹਾਂ ਮੇਰੀ ਭਾਂਜੀ ਹੈ ਤੇ ਉਹਨੂੰ ਵੀ ਕਾਲਾ ਰੰਗ ਪਸੰਦ ਹੈ। ਅਸੀਂ ਦੋਨੋਂ ਬਸ ਸਾਡੇ ਦੋਨਾਂ 'ਚ ਮੁਕਾਬਲਾ ਹੁੰਦਾ ਵੇ ਕਿ ਬਹੁਤੇ ਕਾਲੇ ਕਿਹਦੇ ਕੋਲ ਹੋਣੇ ਨੇ, ਉਹ ਛੱਡਦੀ ਹੈ ਤਾਂ ਮੈਂ ਫੜ ਲੈਂਦੀ ਹਾਂ, ਮੈਂ ਛੱਡਣੀ ਹਾਂ ਤਾਂ ਉਹ ਫੜ ਲੈਂਦੀ। ਅਸੀਂ ਕਾਲੇ 'ਚ ਸਾਡਾ ਮੁਕਾਬਲਾ ਚੱਲਦਾ ਵੇ। ਬਹੁਤ ਸ਼ੁਕਰੀਆ ਇੰਨਾ ਤੁਹਾਡਾ ਕਿ ਤੁਸੀਂ ਇੰਨੀ ਮੁਹੱਬਤ ਦੇ ਨਾਲ ਦਿਲ ਵੀ ਭੇਜਿਆ ਤੇ ਦੁਆਵਾਂ ਵੀ ਦਿੱਤੀਆਂ। ਅੱਲਾਹ ਪਾਕ ਤੁਹਾਨੂੰ ਵੀ ਸਿਹਤ ਸਲਾਮਤੀ ਦੇਵੇ ਆਪਣੇ ਬੱਚਿਆਂ ਦੇ ਨਾਲ। ਅੱਲਾਹ ਪਾਕ ਸਾਰਿਆਂ ਨੂੰ, ਜੋ ਜੋ ਤੁਸੀਂ ਮੇਰੇ ਦੋਸਤ ਆਉਂਦੇ ਹੋ ਮੇਰੇ ਵਿਹੜੇ 'ਚ, ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਿਹਤ ਸਲਾਮਤੀ ਅਤਾ ਫਰਮਾਵੇ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਬਹੁਤ ਆਲਾ, ਛੋਲੇ ਦੀ ਖਿਚੜੀ ਬਹੁਤ ਸਵਾਦ ਬਣਦੀ ਹੈ, ਭੁੰਨਿਆ ਹੋਇਆ ਸਾਲਨ ਬਣਾਈਦਾ, ਕਦੀ ਕਦੀ ਸ਼ੋਰੇ ਵਾਲਾ ਵੀ ਬਣ ਜਾਂਦਾ ਹੈ, ਕਦੀ ਆਲੂ ਵੀ ਸ਼ਾਮਿਲ ਕਰ ਲੈਂਦੇ ਹਾਂ। ਤੇ ਅੱਗ ਤੇ ਭੁੰਨ ਕੇ ਖਾਣ ਦਾ ਵੀ ਆਪਣਾ ਹੀ ਸਵਾਦ ਹੈ। ਤੇ ਵਾਕਈ ਵੀ ਸ਼ਬੀਰ ਹੁਸੈਨ ਸਾਹਿਬ ਤੁਸੀਂ ਬਿਲਕੁਲ ਠੀਕ ਆਖਿਆ ਕਿ ਇੰਨਾ ਜਿਹਾ ਸਬਜ਼ੀ ਹੈ ਕਿ ਛੋਟੀ ਛੋਟੀ ਜਿਹੀ ਹੈ, ਪਰ ਕਹਿੰਦੇ ਕਿੰਨੀ ਕਿਸਮ ਦੀਆਂ ਡਿਸ਼ਾਂ ਬਣ ਜਾਂਦੀਆਂ ਨੇ। ਕੋਈ ਚੌਲਾਂ 'ਚ ਪਾ ਲੈਂਦਾ ਹੈ, ਕੋਈ ਆਲੂ 'ਚ ਪਾ ਲੈਂਦਾ ਵੇ। ਤੇ ਉਹਨਾਂ ਨੇ ਕਿਹਾ ਖਿਚੜੀ ਬੜੀ ਚੰਗੀ ਬਣਦੀ ਹੈ। ਤੇ ਅੱਗ ਤੇ ਭੁੰਨ ਕੇ ਖਾਣ ਦਾ ਆਪਣਾ ਹੀ ਸਵਾਦ ਹੈ। ਤੇ ਦੇਖੋ ਕਿੰਨਾ ਪਿਆਰਾ ਲੱਗਦਾ ਕਿ ਜਦੋਂ ਤੁਸੀਂ ਸਾਰੇ ਕਮੈਂਟ ਇਸ ਤਰ੍ਹਾਂ ਕਰਦੇ ਹੋ ਨਾ, ਤੇ ਸਾਰਿਆਂ ਦੀ ਯਾਦਾਂ ਸ਼ੇਅਰ ਹੁੰਦੀਆਂ ਨੇ ਕਿ ਇੰਨੀ ਜੀ ਛੋਟੇ ਛੋਟੇ ਛੋਲੇ ਸਨ, ਛੋਲੀਆਂ, ਪਰ ਇਹ ਵੇਖੋ ਉਹਦੇ ਸਾਰਿਆਂ ਨੇ ਆਪਣੀ ਯਾਦਾਂ ਦਾ ਹਿੱਸਾ ਪਾਇਆ ਕਿ ਸਭ ਨੂੰ ਇਹ ਚੀਜ਼ ਪਤਾ ਵੇ ਔਰ ਸਭ ਦਾ ਹਿੱਸਾ ਸ਼ਾਮਿਲ ਹੋਇਆ। ਤੁਸੀਂ ਹਰ ਇੱਕ ਨੇ ਆਪਣੀ ਯਾਦ ਵਿੱਚ ਜਿਹੜੀ ਨਾ ਸ਼ਾਮਿਲ ਕੀਤੀ ਹੈ। ਬਹੁਤ ਸ਼ੁਕਰੀਆ ਜੀ ਸ਼ਬੀਰ ਹੁਸੈਨ ਸਾਹਿਬ ਤੁਹਾਡੀ ਮੁਹੱਬਤਾਂ ਦਾ। ਕਿ ਤੁਸੀਂ ਉਧਰ ਮੱਛੀ ਵੱਲੋਂ ਵੀ ਲਿਖਿਆ ਸੀ ਕਿ ਸਾਡੇ ਘਰ ਵੀ ਮੱਛੀ ਇਸ ਤਰ੍ਹਾਂ ਬਣਦੀ ਹੈ। ਤੇ ਫਿਰ ਇਸ ਤਰ੍ਹਾਂ ਲੋਕ ਆਪਣੀ ਆਪਣੀ ਰੈਸਪੀ ਦੱਸਦੇ ਨੇ, ਥੋੜ੍ਹਾ ਵਿੱਚ ਟੱਚ ਲੱਗ ਜਾਂਦਾ ਵੇ, ਘਣੀ ਸ਼ੋਸ਼ਾ ਸਾਡੀ ਵੀ ਹੋ ਜਾਂਦੀ ਹੈ। ਤੇ ਲਾਇਬਾ ਲਿਖਦੇ ਪਈ ਹੈ ਅਸਲਾਮ ਵਾਲੇਕੁਮ, ਤੇ ਦਿਲ ਭੇਜ ਦਿੱਤਾ ਲਾਇਬਾ ਨੇ, ਵਾਲੇਕੁਮ ਅਸਲਾਮ ਲਾਇਬਾ। ਤੇ ਲਾਇਬਾ ਲਿਖਦੀ ਹੈ ਬਿਊਟੀਫੁਲ ਵੂਮੈਨ। ਓਏ ਹੋਏ ਹੋਏ ਅੱਲਾ ਮਾਫੀ ਭਈਆ, ਬਿਊਟੀਫੁਲ ਤੇ ਨਾਲ ਵੂਮੈਨ, ਤੇ ਭਈਆ ਬਾਈ ਹੁਣ ਤੇ ਬਈ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ ਵਾਲਾ ਸਾਬ ਹੋ ਗਿਆ ਜੀ। ਤੇ ਜਵਾਨ ਨਾਸਿਰ ਨੇ ਵੀ ਇੱਕ ਜਮਾਲ ਸਲੀਮ,
ਜਮਾਲ ਸਲੀਮ ਨੇ ਵੀ ਦਿਲ ਭੇਜ ਦਿੱਤਾ ਵੀ ਸਾਨੂੰ, ਬਹੁਤ ਸ਼ੁਕਰੀਆ ਜੀ ਤੁਹਾਡੇ ਦਿਲਾਂ ਦਾ। ਤੇ ਬਾਕੀ ਕੇ ਬੇਗਮ ਲਿਖਿਆ, ਸਿਸਟਰ ਤੁਹਾਡੀ ਕੁਕਿੰਗ ਜਿਹੜੀ ਹੈ ਨਾ ਬੜੀ ਗੁੱਡ ਹੈ, ਬੜੀ ਚੰਗੀ ਹੈ। ਬਹੁਤ ਸ਼ੁਕਰੀਆ ਕੇ ਬੇਗਮ ਤੁਹਾਡੀ ਮੁਹੱਬਤਾਂ ਦਾ, ਕਿ ਮੈਂ ਤੁਹਾਡੇ ਵਾਸਤੇ ਜੇ ਕੁਕਿੰਗ ਕਰਨੀ ਹੈ। ਯਕੀਨ ਮੰਨੋਗੇ ਤੁਸੀਂ ਮੈਨੂੰ ਇੰਨੀ ਦਫਾ ਲਿਖਿਆ ਸੀ ਕਿ ਫਿਰ ਮੈਂ ਸ਼ਰਮਿੰਦਾ ਹੋ ਗਈ ਸਾਂ। ਮੈਂ ਕਹਿੰਦਾ कि यार सुन इस बंदे की बात सुन। तो फिर मैं ਤੁਹਾਡੇ वास्ते ही थोड़ा जिहा दिखा देनी है, टच कर देनी है। वरना मैं कोई ऐसी, मैं कई दफ़ा पहले भी तुहानूं दस्सिया वे, क्योंकि माहिर कुक मैं है नहीं हाँ, कोई कुछ नहीं है। सिर्फ है ये कि चलो तुहाडे दोस्तां दे नाल जो हांडी पकदी घर विच सादी जी, वो मैं तुहानूं दिखा देनी है। असी कोई दावा नहीं करते कि असी कोई बड़े आला पाए दे कुक हाँ, या असी कोई बहुत वड्डी शै वा। बस सादी हांडी पकदी है, तुहाडे दोस्तां दे नाल मैं उहनूं जिहड़ा ना शेयर कर लैंदी हूँ। तो सौलत हुसैन ने भी बड़ा भी इमोजी भेजे ने, हासा भेजे, बहुत शुक्रिया सौलत हुसैन तुहाडा। ते बाकी जिहड़ा वे ना नाहिद खालिद का भी आया वे, उन्होंने भी बड़ा पसंद किया वे, कि उन्होंने कलर किया कि जिहड़ा बड़ा सूट का जिहड़ा ना कलर तुहाडे बहुत प्यारा है। तो वो भी कहते हैं शादी ते जाना जिहड़ा ना उन्होंने बड़ा चंगा लगता। वो कहते हैं उन्होंने भी क्षमा मंगर किया भी सारा प्रोसैस जिहड़ा मैनू बड़ा चंगा लगता है, शादी ते जाना शिरकत करना मैनू बहुत चंगा लगता। मेरा ख्याल इन्हों का कमेंट बाद च आया वे, तो उन्होंने कहा मैनू बहुत चंगा लगता शादियां ते जाना, घूमना फिरना मिलना मैनू बहुत चंगा लगता। उन्होंने मेरे सूट के कलर की तारीफ भी की, बहुत शुक्रिया जी नाहिद खालिद तुहाडी मुहब्बतां दा, कि तुसीं साडे विहड़े च आए और तुसीं देखिया भी और तुसीं साडे ते कमेंट भी कीता। तो शबीर हुसैन साहब कहते हैं पाए तो बड़े मजे के बनते हैं, तो उन्होंने वजन भी नहीं वधदा। तो पत्तियां वाली अच्छा है, तो कल मैं पढ़ दिता सी जो उर्दू बोलन ते आ गए सन तखल्लुस उन्हों का। खाम ख्यालवी साहब तुसीं कोई अपना कलाम सानू भेजो। तो चलो जी इन्ने कमेंट आए सन, मैं पढ़ दिते ने तुहाडे सारियां दे कमेंट जिहड़ा असी रीड कर दिते ने। तो बाकी हुण जिहड़ा वे ना मैं जल्दी ना तुहानूं एक सुना देनी हाँ कि एक मैं शायरी तुहाडे वास्ते रखी सी, छोटा जिहा टुकड़ा सी एक, जे मैनूं मिल गया तो हुण अल्लाह करे मिल जाए। मेरे पिंड दे गेड़े मारदा मुंडा बिना वजह तो फिरदा नी, अच्छा वरियां दा जिगरा वरियां दा जगराता है की है, सानू पुछ अकलापा की है। तेरे मगरों चैन जरा नहीं, तेरे बाज गवाचा की है। तू साडे लई सारी दुनिया, साडे भाणे दुनिया की है। बस एक तेरा हिजर ही नहीं ते सानू होर स्यापा की है। हुण तू दिल चो लैंदा क्यों नहीं, तेरा साडा झगड़ा की है। डुबदा दिल ते डुबदा सूरज, यह शुभ खेड तमाशा की, यह सब खेड तमाशा की। पंजाबी पढ़न च थोड़ा जिहा तलफुज च बाज़ दफ़ा मैं गलती कर जानी हाँ, क्योंकि असी कभी पढ़ी नहीं ना लिखी नहीं, तो बाज़ दफ़ा यह सब खेड तमाशा की है। बस एक तेरा हिजर ही नहीं ते सानू होर स्यापा की है। हुण तू दिल चो लैंदा क्यों नहीं, तेरा साडा झगड़ा की है। वो झगड़ा तो पता चले ना कि झगड़ा की है। जबरदस्त शायरी सी, और शायद नाल लिखिया शायद ना मैं फेसबुक तो उतारी, इब्रार नदीम उन्होंने पता नहीं पोस्ट लिखी है या उन्होंने अपनी शायरी है, लेकिन बड़ी अच्छी मैनू लगी, सादे जे अल्फाज सन, मैं तुहाडे नाल शेयर कर लिया। जे मैं थोड़ी प्रैक्टिस करा ना जिवें पढ़न दी और अल्फाज वड्डे होण, तो फिर इस तरह मैं जुबानी अगर याद हो जाए फिर बड़ा मजा आता शेयर का। और मैं देख के पढ़नी है, मैं अटक भी जानी हाँ, लेकिन कोई नहीं बई, हुण असीं कोई प्रोफैशनल तो नहीं है ना, कोई असी ना प्रोफैशनल सिंगर आ ना कोई असी वैसे कुदरती कोई शायर आ, या असी कुछ असी एक आम जे लोग आ, तो असी फिर अपनी जी कोशिश करके देख लेने कि चलो बई असी थोड़ी जी दोस्तों के नाल शेयर कर लेने चीज़ां। इस तरह सारे सानू तो नहीं शेयर के हवाले के नाल मैनू याद आ जाते हैं हमेशा तारिक अजीज़। नीलाम घर बड़ा अच्छा प्रोग्राम होंदा सी, और तारिक अजीज़ इन्ने अच्छे शेर पढ़ते सन, उन्हों की आवाज़ भी बड़ी अच्छी होंदी सी।
ਔਰ ਉਹਨਾਂ ਦੀ ਆਵਾਜ਼ ਅੱਛੀ ਸੀ, ਔਰ ਉਹਨਾਂ ਨੂੰ ਇੰਨੀ ਸ਼ਾਇਰੀ ਯਾਦ ਸੀ, ਇੰਨੀ ਸ਼ਾਇਰੀ ਯਾਦ ਸੀ। ਉਹ ਆਪਣੇ ਪ੍ਰੋਗਰਾਮ ਵਿੱਚ ਵੀ ਸ਼ੇਰੋ ਸ਼ਾਇਰੀ ਦੇ ਮੁਕਾਬਲੇ ਕਰਵਾਉਂਦੇ ਹੁੰਦੇ ਸਨ। ਮੁਖਤਲਿਫ ਕਾਲਜਾਂ ਦੇ ਬੱਚੇ ਬੱਚੀਆਂ ਆਉਂਦੇ ਸਨ ਔਰ ਮੁਕਾਬਲਾ ਵੀ ਹੁੰਦਾ ਸੀ ਸ਼ੇਰੋ ਸ਼ਾਇਰੀ ਦਾ। ਉਹ ਦੌਰ ਬੜਾ ਅੱਛਾ ਸੀ। ਔਰ ਫਿਰ ਉਹਨਾਂ ਨੂੰ ਆਪ ਵੀ ਇੰਨੇ ਸ਼ੇਰ ਜ਼ੁਬਾਨੀ ਯਾਦ ਸਨ, ਉਹ ਨਾਲ ਨਾਲ ਖੁਦ ਵੀ ਸ਼ੇਰ ਪੜ੍ਹਦੇ ਜਾਂਦੇ ਸਨ। ਉਹ ਕੀ ਕਹਿੰਦੇ ਨੇ, ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ ਜਦੋਂ ਨੀਲਾਮ ਘਰ ਵਿੱਚ ਸ਼ੇਰੋ ਸ਼ਾਇਰੀ ਦਾ ਇੱਕ ਆ ਜਾਂਦਾ ਸੀ ਨਾ ਟਾਈਮ ਕਿ ਬਈ ਹੁਣ ਮੁਕਾਬਲਾ ਹੋਣ ਲੱਗਾ ਵੇ। ਉਹ ਬੜਾ ਚੰਗਾ ਲੱਗਦਾ ਸੀ ਉਹ ਹਿੱਸਾ। ਔਰ ਤਾਰਿਕ ਅਜ਼ੀਜ਼ ਸਾਹਿਬ ਦੀ ਆਵਾਜ਼ ਤੇ ਵੀ ਜ਼ਬਰਦਸਤ। ਅੱਲਾਹ ਪਾਕ ਉਹਨਾਂ ਨੂੰ ਜਨਤਾ 'ਚ ਘਰ ਦੇਵੇ, ਹੁਣ ਦੁਨੀਆ 'ਚ ਨਹੀਂ ਰਹੇ, ਲੇਕਿਨ ਨੀਲਾਮ ਘਰ ਐਸਾ ਪ੍ਰੋਗਰਾਮ ਸੀ ਕਿ ਜਿਵੇਂ ਛੋਟੇ ਬੜੇ ਦਰਮਿਆਨੇ ਬੁੱਢੇ ਬੱਚੇ ਕੁੱਬੇ ਨੀਵੇਂ ਸਾਰੇ ਬੜੇ ਬਈ ਸ਼ੌਕ ਨਾਲ ਦੇਖਦੇ ਸਨ ਕਿ ਭਾਵੇਂ ਕੋਈ ਕਿੰਨੀ ਏਜ ਦਾ ਹੋਵੇ, ਭਾਵੇਂ ਕੋਈ ਬੱਚਾ ਹੋਵੇ, ਹਰ ਕਿਸੇ ਨੂੰ ਬੜਾ ਮਾਲੂਮਾਤੀ ਔਰ ਬੜਾ ਅੱਛਾ ਪ੍ਰੋਗਰਾਮ ਸੀ। ਨੀਲਾਮ ਘਰ ਬੜਾ ਫੇਵਰਟ ਜ਼ਿਆਦਾਤਰ ਲੋਕਾਂ ਦਾ ਰਿਹਾ। ਔਰ ਸਭ ਤੋਂ ਵੱਡੀ ਗੱਲ ਉਹਦੇ 'ਚ ਵਾਟਰ ਕੂਲਰ ਜਦੋਂ ਮਿਲਦਾ ਹੁੰਦਾ ਸੀ ਨਾ, ਵਾਟਰ ਕੂਲਰ ਦਾ ਲੈਣ ਵਾਸਤੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ। ਇਹ ਵਾਟਰ ਕੂਲਰ ਆਪਕਾ ਹੁਆ, ਤੇ ਬਸ ਬਈ ਫਿਰ ਲੋਕਾਂ ਦੇ ਚਿਹਰੇ ਦੀ ਖੁਸ਼ੀ ਹੁੰਦੀ ਸੀ। ਉਸ ਵੇਲੇ ਵਾਟਰ ਕੂਲਰ ਵੀ ਜਿਹੜਾ ਹੁੰਦਾ ਸੀ ਨਾ, ਵੈਲਿਊ ਸੀ ਉਹਦੀ। ਤੇ ਵਾਟਰ ਕੂਲਰ ਜਦੋਂ ਮਿਲਦਾ ਸੀ ਫਿਰ ਨਵੇਂ ਸ਼ਾਦੀशुदा ਜੋੜੇ ਆਉਂਦੇ ਸਨ, ਉਹ ਦੁਲਹਣਾਂ ਬੜੀਆਂ ਹੋਈਆਂ ਤੇ ਉਹਨਾਂ ਕੋਲ ਸਵਾਲ ਹੁੰਦੇ ਸਨ ਔਰ ਉਹ ਫਿਰ ਵਾਟਰ ਕੂਲਰ ਲੈ ਕੇ ਜਾਂਦੇ ਸਨ। ਉਸ ਬੜਾ ਦਿਲਚਸਪ ਮਰਹਲਾ ਹੁੰਦਾ ਸੀ ਜਾਂ ਕੁਝ ਹੋਰ ਇਨਾਮ ਹੁੰਦਾ ਸੀ, ਲੇਕਿਨ ਜ਼ਿਆਦਾਤਰ ਵਾਟਰ ਕੂਲਰ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਬੜਾ ਮਸ਼ਹੂਰ ਹੋਇਆ ਸੀ, ਨੀਲਾਮ ਘਰ ਦੇ ਹਵਾਲੇ ਨਾਲ। ਤੇ ਬਈ ਉਹ ਯਾਦਾਂ ਜਿਹੜੀਆਂ ਨੇ ਸਾਰੇ ਉਹੀ ਮੈਂ ਜਿਵੇਂ ਸ਼ੁਰੂ 'ਚ ਕਿਹਾ ਕਿ ਡਿਲੀਟ ਦਾ ਕੋਈ ਆਪਸ਼ਨ ਨਹੀਂ ਸਾਡੀ ਜ਼ਿੰਦਗੀ ਵਿੱਚ, ਕਿ ਅਸੀਂ ਉਹਨਾਂ ਯਾਦਾਂ ਨੂੰ ਕਦੀ ਡਿਲੀਟ ਨਹੀਂ ਕਰ ਸਕਦੇ। ਕਿਸੇ ਨਾਲ ਗੁਜ਼ਾਰੇ ਹੋਏ ਚੰਦ ਲਮਹੇ, ਕਿਸੇ ਨਾਲ ਗੁਜ਼ਾਰੇ ਹੋਏ ਉਮਰ ਭਰ ਦੇ ਜਿਹੜੇ ਤਾਲੁਕ, ਉਹ ਇਨਸਾਨ ਕਦੀ ਨਹੀਂ ਭੁੱਲ ਸਕਦਾ, ਹਮੇਸ਼ਾ ਉਹਦੇ ਹਾਫਜ਼ਿਆਂ 'ਚ ਮਹਿਫੂਜ਼ ਰਹਿੰਦੇ ਨੇ। ਇਹ ਅੱਲਾਹ ਪਾਕ ਦੀ ਬਹੁਤ ਬੜੀ ਦੇਣ ਹੈ। ਅਗਰ ਇਹ ਚੀਜ਼ਾਂ ਨਾ ਹੁੰਦੀਆਂ, ਮੈਂ ਤਾਂ ਮਜ਼ਾਕ ਦੇ ਤੌਰ 'ਤੇ ਕਿਹਾ ਕਿ ਡਿਲੀਟ ਦਾ ਆਪਸ਼ਨ ਨਹੀਂ, ਤੇ ਜੇ ਡਿਲੀਟ ਦਾ ਆਪਸ਼ਨ ਹੁੰਦਾ ਤੇ ਅਸੀਂ ਫਿਰ ਉਹਨਾਂ ਨੂੰ ਯਾਦ ਕਿਸ ਤਰ੍ਹਾਂ ਕਰਦੇ, ਅਸੀਂ ਉਹਨਾਂ ਜ਼ਮਾਨਿਆਂ 'ਚ ਕਿਸ ਤਰ੍ਹਾਂ ਪਹੁੰਚਦੇ, ਅਸੀਂ ਕਿਸ ਤਰ੍ਹਾਂ ਫੀਲ ਕਰਦੇ ਕਿ ਅਸੀਂ ਉਹਨਾਂ ਜਗ੍ਹਾ 'ਤੇ ਰਹੇ ਹਾਂ। ਸਾਡੇ ਉਹ ਮਾਂ ਬਾਪ ਸਨ, ਸਾਡੇ ਭੈਣਾਂ ਭਰਾ ਸਨ, ਸਾਡੇ ਉਹ ਦੋਸਤ ਸਨ। ਫਿਰ ਉਹ ਜ਼ਮਾਨੇ ਸਾਡੇ ਹੱਥਾਂ 'ਚੋਂ ਨਿਕਲ ਜਾਣੇ ਸਨ, ਫਿਸਲ ਜਾਣੇ ਸਨ, ਕੁਛ ਅਗਰ ਯਾਦ ਨਾ ਰਹਿੰਦਾ। ਇਹ ਤਾਂ ਅੱਲਾਹ ਪਾਕ ਦੀ ਬੜੀ ਮਿਹਰਬਾਨੀ ਹੈ ਕਿ ਉਹਨੇ ਡਿਲੀਟ ਦਾ ਆਪਸ਼ਨ ਜਿਹੜਾ ਵੇ ਨਹੀਂ ਪਾਇਆ। ਇਹ ਵੀ ਉਸ ਰੱਬ ਦਾ ਬੜੀ ਸ਼ੁਕਰਗੁਜ਼ਾਰੀ ਦਾ ਮੁਕਾਮ ਹੈ ਕਿ ਅਸੀਂ ਉਹਨਾਂ ਵਕਤਾਂ ਨੂੰ ਯਾਦ ਕਰਨੇ ਹਾਂ, ਉਹਨਾਂ ਚੀਜ਼ਾਂ ਨੂੰ ਫੀਲ ਕਰਨੇ ਆ। ਅੱਜ ਵੀ ਇਸ ਤਰ੍ਹਾਂ ਮਹਿਸੂਸ ਕਰਨੇ ਆ ਕਿ ਅਸੀਂ ਉਹਨਾਂ ਜ਼ਮਾਨਿਆਂ 'ਚ ਪਹੁੰਚ ਗਏ ਹਾਂ। ਇਹ ਉਹਨਾਂ ਜ਼ਮਾਨਿਆਂ ਦਾ ਕਸ਼ਿਸ਼ ਹੈ, ਹੁਸਨ ਹੈ, ਜਿਹੜਾ ਸਾਨੂੰ ਅੱਜ ਵੀ ਚੰਗਾ ਪਿਆ ਲੱਗਦਾ ਵੇ। ਅਤੇ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ। ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ। ਇਨਸ਼ਾਅੱਲਾ ਫਿਰ ਅਸੀਂ ਨਵੀਂ ਗੱਲ ਦੇ ਨਾਲ ਆਵਾਂਗੇ। ਕਮੈਂਟ ਕਰਨਾ ਤੁਸੀਂ ਨਹੀਂ ਭੁੱਲਣਾ, ਕੋਈ ਨਵਾਂ ਆਵੇ। ਮੈਂ ਕੱਲ੍ਹ ਇੱਕ ਵੀਡੀਓ ਦੇਖ ਰਹੀ ਸੀ, ਉਹ ਕਹਿੰਦੇ ਪਏ ਸਨ ਵੀ ਤੁਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਨਾ, ਅਖੀਰ ਜਦੋਂ ਹੋ ਜਾਂਦੀ ਹੈ ਨਾ, ਉਦੋਂ ਰਿਕੁਐਸਟ ਜ਼ਰੂਰ ਕਰਿਆ ਕਰੋ। ਰਿਕਵੈਸਟਾਂ ਪਾਈਆਂ ਨੇ, ਚਿੱਟੀਆਂ ਕਲਾਈਆਂ ਨੇ, ਹੋ ਬੇਬੀ ਤੇਰੀ ਚਿੱਟੀਆਂ ਕਲਾਈਆਂ ਨੇ, ਮਨ ਜਾਵੇ ਤੂੰ ਮੈਨੂੰ ਸ਼ਾਪਿੰਗ ਕਰਾ ਦੇ, ਰਿਕਵੈਸਟਾਂ ਪਾਈਆਂ ਨੇ। ਤੇ ਰਿਕਵੈਸਟਾਂ ਕਰਿਆ ਕਰੋ ਐਂਡ ਵਿੱਚ ਜਾ ਕੇ ਕਿ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਕਮੈਂਟ ਕਰੋ। ਤੇ ਇਹਦਾ ਤੁਹਾਡਾ ਚੈਨਲ ਗਰੋ ਕਰਦਾ। ਤੁਸੀਂ ਕਹਿੰਦੇ ਕਿਉਂ ਨਹੀਂ ਹੋ, ਕੀ ਤੁਹਾਨੂੰ ਮਸਲਾ ਵੇ? ਉਹਨੇ ਕਿਹਾ ਕਿਉਂ ਨਹੀਂ ਕਹਿੰਦੇ ਹੋ? ਜਦੋਂ ਤੁਸੀਂ ਅਗਲੇ ਨਾਲ ਗੱਲ ਕਰਦੇ ਹੋ ਤੇ ਫਿਰ ਮੈਨੂੰ ਕੁਝ ਫੀਲਿੰਗ ਐਸੀ ਆਉਂਦੀ ਹੈ ਕਿ ਮੈਂ ਸ਼ੁਰੂ 'ਚ ਤਾਂ ਮੈਂ ਬਿਲਕੁਲ ਨਹੀਂ ਕਹਿੰਦੀ ਸੀ, ਮੈਨੂੰ ਇਸ ਤਰ੍ਹਾਂ ਸੀ ਜਿਵੇਂ ਅਸੀਂ ਕਿਸੇ ਕੋਲ ਕੁਝ ਮੰਗਦੇ ਪਏ ਆ। ਪਰ ਇਹ ਵੀ ਕਿ ਉਹ ਕਹਿੰਦੇ ਨਹੀਂ ਕਹਿਣਾ ਚਾਹੀਦਾ ਤੁਹਾਨੂੰ, ਕਿਉਂ ਨਹੀਂ ਕਹਿੰਦੇ ਹੋ? ਤੁਸੀਂ ਅਗਰ ਇੱਕ ਚੈਨਲ ਬਣਾਇਆ ਵੇ ਤਾਂ ਤੁਹਾਨੂੰ ਜ਼ਰੂਰ ਕਹਿਣਾ ਚਾਹੀਦਾ। ਤੇ ਚਲੋ ਜੀ, ਜੇ ਕੋਈ ਇੱਥੇ ਤੱਕ ਪਹੁੰਚਿਆ ਵੇ ਤੇ ਮਿਹਰਬਾਨੀ ਉਹਦੀ ਉਹਦੀ ਮਿਹਰਬਾਨੀ ਕਿ ਉਹ ਸਬਸਕ੍ਰਾਈਬ ਕਰ ਦੇਵੇ, ਤੇ ਉਹਦੀ ਮਿਹਰਬਾਨੀ ਕਿ ਉਹ ਲਾਈਕ ਕਰ ਦੇਵੇ, ਤੇ ਉਹਦੀ ਮਿਹਰਬਾਨੀ ਕਿ ਉਹ ਜਿਹੜੇ ਸਾਨੂੰ ਕਮੈਂਟ ਕਰ ਦੇਵੇ। ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ, ਉਹ ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ, ਤੇ ਕਮੈਂਟ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ। ਝੀਂਗਾ ਚਾਵਲ, ਝੀਂਗਾ ਚਾਵਲ ਬਹੁਤ ਫੇਵਰਟ ਨੇ ਮੇਰੇ। ਬਚਪਨ ਵਿੱਚ ਜਦੋਂ ਮੱਛੀ ਵਾਲਾ ਆਉਂਦਾ ਹੁੰਦਾ ਸੀ, ਉਹਦੇ ਕੋਲ ਅਸੀਂ ਝੀਂਗਾ ਲੈਣਾ ਅਤੇ ਉਹ ਫਿਰ ਨਾਲ ਸਾਫ਼ ਕਰਨਾ, ਇੰਨਾ ਢੇਰ ਸਾਰਾ ਝੀਂਗਾ, ਅਤੇ ਉਹ ਫਿਰ ਉਹਦੇ ਪੂਛਾਂ ਲਾਹਣੀਆਂ ਅਤੇ ਉਹਦੀਆਂ ਸਾਫ਼ ਕਰਨਾ, ਅਤੇ ਫਿਰ ਬੜੀ ਮਿਹਨਤ ਲੱਗਦੀ ਸੀ ਔਰ ਅਸੀਂ ਪਕਾ ਕੇ ਖਾਂਦੇ ਹੁੰਦੇ ਸਾਂ। ਮੈਨੂੰ ਬਿਲਕੁਲ ਦਿਨ ਯਾਦ ਆ ਜਾਂਦੇ ਨੇ। ਇਸੀ ਤੋਂ ਮੇਰਾ ਫੇਵਰਟ ਹੈ
ਜਾਂ ਝੀਂਗਾ, ਔਰ ਉਸੀ ਰੈਸਪੀ ਦੇ ਨਾਲ ਮੈਂ ਬਣਾਉਂਦੀ ਹਾਂ ਜਿਸ ਤਰ੍ਹਾਂ ਮੇਰੀ ਅੰਮੀ ਬਣਾਉਂਦੇ ਸਨ, ਅਤੇ ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਬਹੁਤਾ ਸਾਰਾ ਝੀਂਗਾ ਅਤੇ ਥੋੜ੍ਹੇ ਸਾਰੇ ਚੌਲ